ਖੋਤਾ ਕਿਵੇਂ ਬੇਵਕੂਫ ਬਣਿਆ। ਇੱਕ ਵਾਰੀ ਦੀ ਗੱਲ ਏ, ਇੱਕ ਖੋਤਾ ਰਹਿੰਦਾ ਸੀ ਜਿਹਦਾ ਰੰਗ ਕਾਲਾ ਸੀ। ਕਈ ਸਾਲ ਗੁਜ਼ਰਨ ਤੋਂ ਬਾਅਦ ਉਹ ਆਪਣੇ ਰੰਗ ਤੋਂ ਨਾਖੁਸ਼ ਹੋ ਗਿਆ। ਉਹ ਆਪਣੇ ਆਪ ਨੂੰ ਕਹਿਣ ਲੱਗਾ, ਜ਼ਿੰਦਗੀ ਇਨਸਾਫ ਨਹੀਂ ਕਰਦੀ। ਮੈਂ ਸ਼ੇਰ ਵਾਂਗੂ ਕਿਉਂ ਨਹੀਂ ਹੋ ਸਕਦਾ, ਜਿਹਦੀ ਖੱਲ ਬੜੀ ਸੋਹਣੀ ਤੇ ਸੁਨਹਿਰੀ ਬੂਰੀ ਏ। ਮੇਰਾ ਤੇ ਬਸ ਇਹ ਆਮ ਜਿਹਾ ਕਾਲਾ ਰੰਗ ਏ। ਉਹਦੇ ਦੋਸਤ ਦਰਿਆਈ ਘੋੜੇ ਤੇ ਬਾਂਦਰ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਹੋ ਜਿਹਾ ਨਾ ਸੋਚੇ। ਬਾਂਦਰ ਨੇ ਦਲੀਲ ਦਿੱਤੀ, ਕਾਲਾ ਰੰਗ ਚੰਗਾ ਹੁੰਦਾ ਹੈ ਕਿਉਂ ਜੋ ਇਸ ਉੱਤੇ ਮਿੱਟੀ ਤੇ ਗੰਦਗੀ ਨਜ਼ਰ ਨਹੀਂ ਆਉਂਦੀ। ਦਰਿਆਈ ਘੋੜੇ ਨੇ ਵੀ ਆਖਿਆ, ਹਾਂ, ਤੇ ਰਾਤ ਦੇ ਵੇਲੇ ਚੀਤੇ ਤੇ ਸ਼ੇਰ ਵੀ ਤੈਨੂੰ ਆਸਾਨੀ ਨਾਲ ਨਹੀਂ ਵੇਖ ਸਕਦੇ। ਕਾਲਾ ਰੰਗ ਬੜਾ ਫਾਇਦਾਮੰਦ ਏ। ਪਰ ਖੋਤੇ ਨੇ ਆਖਿਆ, ਹਾਂ, ਪਰ ਕਾਲਾ ਰੰਗ ਬੜਾ ਫਿੱਕਾ ਲੱਗਦਾ ਹੈ। ਕਾਸ਼ ਮੈਂ ਆਪਣਾ ਰੰਗ ਬਦਲ ਸਕਦਾ। ਹਾਏ, ਕਾਸ਼ ਮੈਂ ਆਪਣਾ ਰੰਗ ਬਦਲ ਸਕਦਾ। ਉਹਦੇ ਨਾਲ ਹੀ ਦਰਿਆਈ ਘੋੜੇ ਨੂੰ ਯਾਦ ਆਇਆ ਕਿ ਉਹਦੀ ਇੱਕ ਫੁੱਫੀ ਨੇ ਉਹਨੂੰ ਜੰਗਲ ਵਿੱਚ ਇੱਕ ਗਾਰ ਬਾਰੇ ਦੱਸਿਆ ਸੀ। ਉਹ ਕਹਿਣ ਲੱਗਾ, ਮੈਨੂੰ ਇੱਥੋਂ ਜ਼ਿਆਦਾ ਦੂਰ ਨਹੀਂ ਇੱਕ ਜਾਦੂਈ ਗਾਰ ਦਾ ਪਤਾ ਹੈ। ਜੇ ਤੂੰ ਉਹਦੇ ਅੰਦਰ ਜਾ ਕੇ ਕੋਈ ਖੁਆਇਸ਼ ਮੰਗੇ ਤੇ ਉਹ ਪੂਰੀ ਹੋ ਜਾਵੇਗੀ। ਪਰ ਉਹ ਜਗ੍ਹਾ ਬੜੀ ਡਰਾਉਣੀ ਹੈ, ਇਸ ਲਈ ਸ਼ਾਇਦ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ। ਉਹ ਮਿਹਰਬਾਨੀ ਕਰਕੇ ਮੈਨੂੰ ਉੱਥੇ ਲੈ ਚੱਲੋ। ਖੋਤਾ ਚਿੱਲਾ ਕੇ ਆਖਣ ਲੱਗਾ, ਮੈਨੂੰ ਫੌਰਨ ਜਾਣਾ ਪਏਗਾ। ਦਰਿਆਈ ਘੋੜਿਆ, ਤੂੰ ਮੈਨੂੰ ਉਹ ਗਾਰ ਤੱਕ ਲੈ ਕੇ ਚੱਲ। ਮੈਨੂੰ ਹਰ ਹਾਲ ਵਿੱਚ ਉਹ ਜਾਦੂਈ ਗਾਰ ਤੱਕ ਪਹੁੰਚਣਾ ਹੈ। ਬਾਂਦਰ ਤੇ ਦਰਿਆਈ ਘੋੜਾ ਹੈਰਾਨ ਸਨ ਕਿ ਆਖਰ ਕੀ ਵਜ੍ਹਾ ਸੀ ਜਿਸ ਕਰਕੇ ਖੋਤਾ ਜ਼ਿੱਦ ਕਰ ਰਿਹਾ ਸੀ ਕਿ ਉਹਨੂੰ ਉਸ ਗਾਰ ਤੱਕ ਲੈ ਜਾਇਆ ਜਾਵੇ। ਖੋਤਾ ਜੋਸ਼ ਨਾਲ ਆਖਣ ਲੱਗਾ, ਚਲੋ ਹੁਣ ਹੀ ਚੱਲੀਏ। ਜ਼ਰਾ ਸੋਚੋ, ਜਾਨਵਰ ਕੀ ਕਹਿਣਗੇ ਜੇ ਉਹ ਇੱਕ ਚਮਕਦਾਰ ਚਿੱਟਾ ਖੋਤਾ ਵੇਖਣਗੇ। ਕੁਝ ਦੇਰ ਤੱਕ ਚੱਲਣ ਤੋਂ ਬਾਅਦ ਉਹ ਸਾਰੇ ਜਾਦੂਈ ਗਾਰ ਕੋਲ ਪਹੁੰਚ ਗਏ। ਖੋਤੇ ਨੇ ਡਰੇ ਹੋਏ ਲਹਿਜੇ ਵਿੱਚ ਆਖਿਆ, ਅੰਦਰ ਬੜਾ ਹਨੇਰਾ ਤੇ ਡਰਾਉਣਾ ਲੱਗਦਾ ਹੈ। ਖੋਤੇ ਨੇ ਮਿੰਨਤ ਕਰਦਿਆਂ ਹੋਇਆ ਆਖਿਆ, ਮੈਂ ਅੰਦਰ ਜਾਣਾ ਤਾਂ ਚਾਹੁੰਦਾ ਵਾਂ, ਪਰ ਇਕੱਲਾ ਜਾਣ ਤੋਂ ਡਰ ਲੱਗਦਾ ਹੈ। ਬਾਂਦਰਾ, ਕੀ ਤੂੰ ਮੇਰੇ ਨਾਲ ਚੱਲੇਗਾ? ਜੇ ਅਸੀਂ ਇਕੱਠੇ ਜਾਵਾਂਗੇ ਤਾਂ ਮੈਨੂੰ ਹਿੰਮਤ ਹੋ ਜਾਵੇਗੀ। ਕੋਈ ਗੱਲ ਨਹੀਂ, ਬਾਂਦਰ ਜ਼ੋਰ ਨਾਲ ਚਿল্ਲਾਇਆ, ਮੈਂ ਉੱਥੇ ਹਰਗਿਜ਼ ਨਹੀਂ ਜਾਣਾ। ਜੇ ਮੈਨੂੰ ਉਹ ਜਗ੍ਹਾ ਦੇ ਅੰਦਰ ਕੋਈ ਆਵਾਜ਼ ਸੁਣਾਈ ਦੇ ਗਈ ਤੇ ਤੇਰੇ ਤੋਂ ਪਹਿਲਾਂ ਮੇਰਾ ਰੰਗ ਚਿੱਟਾ ਹੋ ਜਾਵੇਗਾ। ਖੋਤੇ ਨੇ ਲੰਬਾ ਸਾਹ ਲਿਆ ਤੇ ਗਾਰ ਦੇ ਦਰਵਾਜ਼ੇ ਵੱਲ ਵਧਣਾ ਸ਼ੁਰੂ ਕਰ ਦਿੱਤਾ। ਉਹ ਕਹਿਣ ਲੱਗਾ, ਤੁਸੀਂ ਦੋਵੇਂ ਇੱਥੇ ਹੀ ਇੰਤਜ਼ਾਰ ਕਰੋ, ਮੈਂ ਥੋੜੀ ਦੇਰ ਵਿੱਚ ਵਾਪਸ ਆ ਜਾਣਾ। ਇਹ ਆਖ ਕੇ ਖੋਤੇ ਨੇ ਚੰਦ ਤੇਜ਼ ਕਦਮ ਚੁੱਕੇ ਤੇ ਜਲਦੀ ਨਾਲ ਗਾਰ ਦੇ ਅੰਦਰ ਚਲਾ ਗਿਆ। ਲਗਭਗ 5 ਮਿੰਟ ਦੀ ਖਾਮੋਸ਼ੀ ਤੋਂ ਬਾਅਦ ਦਰਿਆਈ ਘੋੜੇ ਤੇ ਬਾਂਦਰ ਨੇ ਵੇਖਿਆ ਕਿ ਖੋਤਾ ਆਪਣੀ ਨਵੀਂ ਚਿੱਟੀ ਖੱਲ ਨਾਲ ਗਾਰ ਵਿੱਚੋਂ ਬਾਹਰ ਆ ਰਿਹਾ ਹੈ। ਯਕੀਨ ਨਹੀਂ ਆਉਂਦਾ। ਉਹ ਸਾਰੇ ਇਕੱਠੇ ਬੋਲ ਪਏ, ਇਹ ਤੇ ਵਾਕਈ ਕੰਮ ਕਰ ਗਿਆ ਏ। ਤੂੰ ਤੇ ਬੜਾ ਸੋਹਣਾ ਲੱਗ ਰਿਹਾ ਏ, ਦਰਿਆਈ ਘੋੜੇ ਨੇ ਆਖਿਆ। ਬਾਂਦਰ ਨੇ ਆਖਿਆ, ਪਰ ਇਹ ਚਿੱਟਾ ਰੰਗ ਗੰਦਗੀ ਨੂੰ ਛੁਪਾ ਨਹੀਂ ਸਕਦਾ। ਤੂੰ ਹਮੇਸ਼ਾ ਇਹਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਵਿੱਚ ਪਰੇਸ਼ਾਨ ਰਹੇਗਾ। ਸਾਰੇ ਜਾਨਵਰ ਤੇਰੇ ਉੱਤੇ ਮਿੱਟੀ ਦਾ ਹਰ ਦਾਗ ਵੇਖਣਗੇ ਤੇ ਤੈਨੂੰ ਦਾਗਦਾਰ ਆਖ ਕੇ ਛੇੜਨਗੇ। ਉਹ ਬਾਂਦਰ ਦੀ ਗੱਲ ਵੱਲ ਧਿਆਨ ਨਾ ਦੇ, ਦਰਿਆਈ ਘੋੜੇ ਨੇ ਆਖਿਆ। ਖੋਤਾ 1-2 ਲਮਹੇ ਲਈ ਸੋਚਦਾ ਰਿਹਾ। ਫਿਰ ਉਹ ਕਹਿਣ ਲੱਗਾ, ਬਾਂਦਰ ਠੀਕ ਕਹਿੰਦਾ ਹੈ। ਥੋੜੇ ਚਿਰ ਲਈ ਤੇ ਸਾਰੇ ਮੇਰੀ ਤਾਰੀਫ ਕਰਨਗੇ, ਪਰ ਜਦੋਂ ਮੈਂ ਗੰਦਾ ਹੋ ਗਿਆ ਤੇ ਸਾਰੇ ਮੇਰੇ ਉੱਤੇ ਹੱਸਣਗੇ। ਹਾਏ, ਕਾਸ਼ ਮੈਂ ਮੁੜ ਕਾਲਾ ਹੋ ਜਾਵਾਂ। ਦਰਿਆਈ ਘੋੜਾ ਉੱਚੀ ਆਵਾਜ਼ ਵਿੱਚ ਚੀਖਿਆ, ਪਰ ਖੋਤਿਆ, ਮੈਨੂੰ ਤੇ ਤੂੰ ਚਿੱਟੇ ਰੰਗ ਵਿੱਚ ਬੜਾ ਚੰਗਾ ਲੱਗਣਾ ਹੈ।
ਇਹ ਰੰਗ ਤੇਰੇ ਉੱਤੇ ਖੂਬ ਜੱਚਦਾ ਏ। ਪਰ ਦਰਿਆਈ ਘੋੜੇ ਦੀਆਂ ਗੱਲਾਂ ਦਾ ਖੋਤੇ ਉੱਤੇ ਕੋਈ ਅਸਰ ਨਾ ਹੋਇਆ। ਉਹ ਤੇ ਹੁਣ ਆਪਣੀ ਇੱਕ ਹੋਰ ਖੁਆਇਸ਼ ਮੰਗਣ ਲਈ ਮੁੜ ਗਾਰ ਦੇ ਅੰਦਰ ਜਾ ਰਿਹਾ ਸੀ। ਪਹਿਲਾਂ ਨਾਲੋਂ ਵੀ ਘੱਟ ਵਕਤ ਵਿੱਚ ਖੋਤਾ ਮੁੜ ਗਾਰ ਵਿੱਚੋਂ ਬਾਹਰ ਆ ਗਿਆ। ਹੁਣ ਉਹ ਦੁਬਾਰਾ ਕਾਲਾ ਹੋ ਚੁੱਕਿਆ ਸੀ। ਉਹ ਹੁਣ ਤੇ ਮੈਂ ਆਪਣੇ ਅਸਲ ਰੰਗ ਵਿੱਚ ਵਾਪਸ ਆ ਗਿਆ, ਖੋਤੇ ਨੇ ਖੁਸ਼ੀ ਨਾਲ ਆਖਿਆ। ਦੁਬਾਰਾ ਵੇਖੋ, ਉਹ ਕਹਿਣ ਲੱਗਾ। ਹੁਣ ਮੈਂ ਆਪਣੇ ਸੋਹਣੇ ਕਾਲੇ ਰੰਗ ਵਿੱਚ ਵਾਪਸ ਆ ਗਿਆ। ਦੱਸੋ ਹੁਣ ਤੁਹਾਨੂੰ ਕੀ ਲੱਗਦਾ ਏ? ਹਾਂ, ਬਾਂਦਰ ਨੇ ਆਖਿਆ, ਤੂੰ ਮੁੜ ਆਪਣੇ ਪੁਰਾਣੇ ਆਮ ਜਿਹੇ ਰੂਪ ਵਿੱਚ ਆ ਗਿਆ ਹੈ। ਜਿੰਨੇ ਵੀ ਖੋਤੇ ਮੈਂ ਜਾਣਨਾ ਉਹ ਸਾਰੇ ਕਾਲੇ ਨੇ। ਕਾਲਾ ਰੰਗ ਤੇ ਖੈਰ ਬੜਾ ਆਮ ਤੇ ਫਿੱਕਾ ਜਿਹਾ ਹੁੰਦਾ ਏ। ਉਹ ਖੋਤੇ ਨੇ ਆਖਿਆ, ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਸੋਚਾਂ। ਮੈਂ ਇੱਕ ਹੋਰ ਖੁਆਇਸ਼ ਮੰਗਣ ਲਈ ਮੁੜ ਅੰਦਰ ਜਾ ਰਿਹਾ। ਇਸ ਵਾਰੀ ਅਸੀਂ ਵੀ ਤੇਰੇ ਨਾਲ ਚੱਲਾਂਗੇ। ਬਾਂਦਰ ਹੱਸਦੇ ਹੋਏ ਆਖਣ ਲੱਗਾ, ਸਾਨੂੰ ਵੀ ਆਪਣੀਆਂ ਅੱਖਾਂ ਨਾਲ ਇਹ ਸਭ ਕੁਝ ਵੇਖਣਾ ਹੈ। ਸੋ ਖੋਤਾ ਤੇ ਉਹਦੇ ਦੋਸਤ ਸਾਰੇ ਇਕੱਠੇ ਮੁੜ ਗਾਰ ਦੇ ਅੰਦਰ ਚਲੇ ਗਏ। ਬਾਂਦਰ ਤੇ ਦਰਿਆਈ ਘੋੜਾ ਬੜੇ ਬੇਸਬਰੀ ਨਾਲ ਇਹ ਵੇਖਣ ਦੇ ਮੁੰਤਜ਼ਰ ਸਨ ਕਿ ਹੁਣ ਅੱਗੇ ਕੀ ਹੋਣ ਵਾਲਾ ਹੈ। ਇੱਥੇ ਤੇ ਬੜਾ ਹਨੇਰਾ ਹੈ। ਬਾਂਦਰ ਨੇ ਆਖਿਆ, ਚਲੋ ਹੁਣ ਆਪਣੀ ਖੁਆਇਸ਼ ਮੰਗਣੀ ਸ਼ੁਰੂ ਕਰੋ। ਦਰਿਆਈ ਘੋੜੇ ਨੇ ਆਖਿਆ, ਠੀਕ ਏ। ਖੋਤੇ ਨੇ ਆਖਿਆ, ਮੇਰੀ ਖੁਆਇਸ਼ ਹੈ ਕਿ ਮੈਂ ਚਿੱਟਾ ਹੋ ਜਾਵਾਂ ਤੇ ਸਾਰਿਆਂ ਤੋਂ ਵੱਖਰਾ ਵੀ। ਬਾਂਦਰ ਨੇ ਪੁੱਛਿਆ, ਨਹੀਂ, ਮੇਰੀ ਖੁਆਇਸ਼ ਹੈ ਕਿ ਮੈਂ ਕਾਲਾ ਹੋ ਜਾਵਾਂ। ਖੋਤੇ ਨੇ ਆਪਣਾ ਇਰਾਦਾ ਬਦਲਦੇ ਹੋਏ ਆਖਿਆ, ਤੇ ਬਾਕੀ ਸਾਰੇ ਖੋਤਿਆਂ ਵਾਂਗੂ ਬਿਲਕੁਲ ਆਮ ਹੋ ਜਾਵੇਂ। ਬਾਂਦਰ ਨੇ ਸਵਾਲ ਕੀਤਾ। ਉਹ ਖੋਤਾ ਬੋਲਿਆ, ਮੇਰੀ ਖੁਆਇਸ਼ ਹੈ ਕਿ ਮੈਂ ਚਿੱਟਾ ਹੋ ਜਾਵਾਂ, ਨਹੀਂ ਕਾਲਾ, ਨਹੀਂ ਚਿੱਟਾ, ਨਹੀਂ ਕਾਲਾ। ਅਚਾਨਕ ਸਾਰੇ ਜਾਨਵਰਾਂ ਨੇ ਇੱਕ ਜ਼ੋਰਦਾਰ ਖੜਾਕ ਸੁਣਿਆ ਤੇ ਦੂਰੋਂ ਇੱਕ ਵੱਡੀ ਧਮਾਕੇ ਵਾਲੀ ਆਵਾਜ਼ ਆਈ। ਇਹ ਕੀ ਹੋ ਰਿਹਾ ਹੈ? ਖੋਤੇ ਨੇ ਘਬਰਾ ਕੇ ਪੁੱਛਿਆ। ਇਹ ਤੇ ਜ਼ਲਜ਼ਲਾ ਹੈ। ਬਾਂਦਰ ਡਰ ਕੇ ਚੀਖਿਆ, ਦੌੜੋ। ਉਹ ਸਾਰੇ ਜਲਦੀ ਨਾਲ ਗਾਰ ਵਿੱਚੋਂ ਬਾਹਰ ਨਿਕਲ ਕੇ ਭੱਜੇ। ਜਦੋਂ ਕਿ ਉਹਨਾਂ ਦੇ ਪਿੱਛੇ ਪਿੱਛੇ ਗਾਰ ਡਿੱਗਣਾ ਤੇ ਢਹਿ ਜਾਣਾ ਸ਼ੁਰੂ ਹੋ ਗਿਆ ਸੀ। ਜਦੋਂ ਮਿੱਟੀ ਤੇ ਗਿਰਦ ਬਹਿ ਗਈ ਤੇ ਮੰਜ਼ਰ ਸਾਫ਼ ਹੋਇਆ, ਦਰਿਆਈ ਘੋੜੇ ਤੇ ਬਾਂਦਰ ਨੇ ਇੱਕ ਇਹੋ ਜਿਹੀ ਚੀਜ਼ ਵੇਖੀ ਕਿ ਉਹ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੀ ਇੰਨਾ ਨਹੀਂ ਹੱਸੇ ਸਨ ਜਿੰਨਾ ਹੁਣ ਹੱਸ ਰਹੇ ਸਨ। ਆਪਣੇ ਆਪ ਨੂੰ ਤੇ ਵੇਖ, ਬਾਂਦਰ ਜ਼ੋਰ ਨਾਲ ਹੱਸਦੇ ਹੋਏ ਆਖਿਆ, ਤੂੰ ਅੱਧਾ ਕਾਲਾ ਤੇ ਅੱਧਾ ਚਿੱਟਾ ਹੋ ਗਿਆ ਹੈ। ਕਿੱਥੋਂ ਕਾਲਾ, ਕਿੱਥੋਂ ਚਿੱਟਾ ਤੇ ਕਿੱਥੋਂ ਮੁੜ ਕਾਲਾ, ਤੇ ਹੁਣ ਦੁਬਾਰਾ ਬਦਲਣਾ ਵੀ ਮੁਮਕਿਨ ਨਹੀਂ। ਦਰਿਆਈ ਘੋੜੇ ਨੇ ਆਖਿਆ, ਕਿਉਂ ਜੋ ਉਹ ਗਾਰ ਤੇ ਪੂਰੀ ਤਰ੍ਹਾਂ ਢਹਿ ਕੇ ਤਬਾਹ ਹੋ ਚੁੱਕੀ ਹੈ। ਹੁਣ ਜਦੋਂ ਵੀ ਤੁਸੀਂ ਜ਼ੈਬਰਾਂ ਨੂੰ ਵੇਖੋ ਤੇ ਉਸ ਬੇਵਕੂਫ ਖੋਤੇ ਨੂੰ ਯਾਦ ਕਰਿਓ ਜਿਹੜਾ ਕਦੇ ਵੀ ਆਪਣੇ ਦਿਲ ਦੀ ਪੱਕੀ ਗੱਲ ਨਾ ਕਰ ਸਕਿਆ ਤੇ ਫੈਸਲਾ ਨਾ ਕਰ ਸਕਿਆ ਕਿ ਉਹ ਅਸਲ ਵਿੱਚ ਕਿਹੜਾ ਰੰਗ ਰੱਖਣਾ ਚਾਹੁੰਦਾ ਸੀ। ਕੁਝ ਲੋਕ ਯਿਸੂ ਦੀ ਪੈਰਵੀ ਕਰਨ ਬਾਰੇ ਫੈਸਲਾ ਕਰਨ ਵਿੱਚ ਹਿਚਕਚਾਹਟ ਮਹਿਸੂਸ ਕਰਦੇ ਨੇ। ਇਹ ਵੀ ਇੱਕ ਬੇਵਕੂਫੀ ਹੈ। ਅੱਜ ਇਹ ਫੈਸਲਾ ਕਰੋ ਕਿ ਤੁਸੀਂ ਯਿਸੂ ਦੀ ਪੈਰਵੀ ਕਰੋਗੇ ਤੇ ਫਿਰ ਕਿਸੇ ਦੀ ਗੱਲ ਜਾਂ ਦਬਾਅ ਦੀ ਵਜ੍ਹਾ ਨਾਲ ਆਪਣੇ ਫੈਸਲੇ ਤੋਂ ਪਿੱਛੇ ਨਾ ਹਟੋ ਤੇ ਨਾ ਹੀ ਆਪਣਾ ਇਰਾਦਾ ਬਦਲੋ। ਅੱਜ ਇਹ ਫੈਸਲਾ ਕਰਨ ਦਾ ਦਿਨ ਹੈ ਕਿ ਅਸੀਂ ਖੁਦਾ ਵੱਲ ਮੁੜੀਏ ਤੇ ਯਿਸੂ ਦੀ ਪੈਰਵੀ ਕਰੀਏ। ਕੱਲ੍ਹ ਉੱਤੇ ਨਾ ਛੱਡੀਏ, ਕਿਉਂ ਜੋ ਖੁਦਾ ਦੀ ਬਖਸ਼ਿਸ਼ ਤੇ ਨਿਜਾਤ ਕਬੂਲ ਕਰਨ ਦਾ ਮੁਨਾਸਿਬ ਵਕਤ ਹੋਣ ਹੈ। ਬੇਵਕੂਫ ਖੋਤੇ ਵਾਂਗੂ ਬਾਰ-ਬਾਰ ਆਪਣਾ ਇਰਾਦਾ ਨਾ ਬਦਲੋ। ਯਿਸੂ ਦੀ ਪੈਰਵੀ ਕਰਨ ਦਾ ਫੈਸਲਾ ਅੱਜ ਹੀ ਕਰੋ, ਕਿਉਂ ਜੋ ਖੁਦਾ ਦੀ ਬਖਸ਼ਿਸ਼ ਤੇ ਨਿਜਾਤ ਕਬੂਲ ਕਰਨ ਦਾ ਮੁਨਾਸਿਬ ਵਕਤ ਹੋਣ ਹੈ। ਅੱਜ ਹੀ ਯਿਸੂ ਦੀ ਪੈਰਵੀ ਕਰਨ ਦਾ ਫੈਸਲਾ ਕਰੋ।